दोस्तों सत श्री अकाल, नमस्ते, सलाम, आदाब। ਅੱਜ ਆਪਾਂ ਮੇਰੇ ਲਿਖੇ ਪੰਜਾਬੀ ਨਾਵਲ ਇੰਨਾ ਨਾ ਰਵਾਇਆ ਕਰਦਾ 8ਵਾਂ ਭਾਗ ਸੁਣਾਂਗੇ। ਪਿਛਲੇ 7ਵੇਂ ਦੇ ਵਿੱਚ ਆਪਾਂ ਸੁਣਿਆ ਕਿ ਲਾਲੀ ਡੱਬ ਵਾਲੀ ਮੰਡੀ ਦੇ ਕਾਲਜ ਦੇ ਵਿੱਚ ਪੜ੍ਹਨ ਆਈ ਹੈ ਅਤੇ ਆਪਣੇ ਮਾਮਿਆਂ ਨਾਲ ਜਾ ਕੇ ਬਠਿੰਡੇ ਤੋਂ ਸ਼ਾਪਿੰਗ ਵੀ ਕਰ ਆਈ ਸੀ। ਆਪਣੀਆਂ ਨਵੀਆਂ ਸਹੇਲੀਆਂ ਦੇ ਘਰ ਜਾ ਕੇ ਉਹਨਾਂ ਨੂੰ ਮਿਲ ਵੀ ਆਈ ਸੀ। ਸੋ ਅੱਜ ਆਪਾਂ ਮੇਰੇ ਲਿਖੇ ਪੰਜਾਬੀ ਨਾਵਲ ਇੰਨਾ ਨਾ ਰਵਾਇਆ ਕਰਦਾ 8ਵਾਂ ਭਾਗ ਸੁਣਦੇ ਹਾਂ ਜੀ। ਲਾਲੀ ਦੇ ਕਾਲਜ ਜਾਣ ਦੀਆਂ ਤਿਆਰੀਆਂ ਘਰ ਵਿੱਚ ਹੋ ਰਹੀਆਂ ਸਨ। ਲਾਲੀ ਦੇ ਮਾਮਿਆਂ ਨੇ ਲਾਲੀ ਨੂੰ ਚਿੱਟੇ ਰੰਗ ਦਾ ਵੈਸਪਾ ਸਕੂਟਰ ਨਵਾਂ ਲੈ ਦਿੱਤਾ ਸੀ, ਪਰ ਲਾਲੀ ਨੇ ਆਪਣੇ ਮਾਮਿਆਂ ਨੂੰ ਕਿਹਾ ਸੀ, ਮਾਮਾ ਜੀ ਮੈਨੂੰ ਰਿਕਸ਼ਾ ਲਵਾ ਦਿਓ, ਮੈਂ ਉਸੇ ਉੱਤੇ ਚਲੀ ਜਾਇਆ ਕਰਾਂਗੀ, ਜਾਂ ਫਿਰ ਹੀਰੋ ਪੈਂਥਰ ਲੂਣਾ ਸਕੂਟਰੀ ਲੈ ਦਿਓ, ਮੈਂ ਉਸ ਉੱਤੇ ਚਲੀ ਜਾਇਆ ਕਰਾਂਗੀ। ਮਾਮਿਆਂ ਨੇ ਆਖਿਆ, ਲੈ ਐਂ ਕਿਵੇਂ ਹੋ ਸਕਦਾ? ਰਿਕਸ਼ਾ ਬਚਪਨ ਵਿੱਚ ਸੀ ਅਤੇ ਹੁਣ ਸਾਡੀ ਭਾਣਜੀ ਵੱਡੀ ਹੋ ਗਈ ਹੈ, ਹੁਣ ਸਕੂਟਰ ਚੱਲੂਗਾ। ਆਹ ਲੂਣਾ ਤਾਂ ਆਪਾਂ ਹੁਣ ਆਮ ਜੀ ਗੱਲ ਹੋ ਗਈ ਹੈ, ਇਹਦਾ ਆਪਾਂ ਕੀ ਲੈਣਾ? ਹਰ ਕੋਈ ਲਈ ਫਿਰਦਾ। ਲੋਕਾਂ ਨੂੰ ਪਤਾ ਤਾਂ ਲੱਗੇ ਕਿ ਕੁਲਾਰਾਂ ਦੀ ਭਾਣਜੀ ਕਾਲਜ ਚੱਲੀ ਹੈ। ਤੂੰ ਫਿਕਰ ਨਾ ਕਰ ਪੁੱਤ, ਟੌਰ ਨਾਲ ਕਾਲਜ ਜਾਇਆ ਕਰ। ਲਾਲੀ ਦੇ ਕਾਲਜ ਜਾਣ ਦਾ ਮਾਮਿਆਂ ਨੂੰ ਬਹੁਤ ਚਾਅ ਚੜ੍ਹਿਆ ਹੋਇਆ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਭੈਣ ਪ੍ਰਨੀਤ ਛੋਟੀ ਹੋ ਗਈ ਹੈ ਅਤੇ ਹੁਣ ਕਾਲਜ ਜਾਣ ਲੱਗ ਗਈ ਹੈ, ਕਿਉਂਕਿ ਪ੍ਰਨੀਤ ਦੇ ਕਾਲਜ ਜਾਣ ਵੇਲੇ ਅਤੇ ਉਸ ਦੇ ਵਿਆਹ ਵੇਲੇ ਉਹ ਦੋਵੇਂ ਭਰਾ ਛੋਟੇ ਛੋਟੇ ਸਨ। ਇਸ ਲਈ ਉਹ ਪ੍ਰਨੀਤ ਵਾਲੇ ਸਾਰੇ ਚਾਅ ਆਪਣੀ ਭਾਣਜੀ ਉੱਪਰ ਹੀ ਪੂਰੇ ਕਰ ਰਹੇ ਸਨ। ਫਿਰ ਸੋਮਵਾਰ ਵੀ ਆ ਗਿਆ ਅਤੇ ਲਾਲੀ ਨੂੰ ਪਹਿਲੇ ਦਿਨ ਮਾਮੇ ਮਾਮੀਆਂ ਆਪਣੀ ਲੰਡੀ ਜੀਪ ਵਿੱਚ ਬਿਠਾ ਕੇ ਕਾਲਜ ਛੱਡਣ ਆਏ ਸੀ ਅਤੇ ਇੱਕ ਮਾਮੇ ਦੇ ਹੱਥ ਦੇ ਵਿੱਚ ਕਾਰਬਾਈਨ ਗਨ ਫੜੀ ਹੋਈ ਸੀ ਅਤੇ ਦੂਜੇ ਮਾਮੇ ਦੇ ਗਾਤਰੇ ਪਿਸਟਲ ਪਾਈ ਹੋਈ ਸੀ। ਅੱਜ ਉਹਨਾਂ ਵਿੱਚ ਮਿੱਡੂ ਖੇੜੇ ਵਾਲੇ ਸਰਦਾਰਾਂ ਦੀ ਸਰਦਾਰੀ ਦਾ ਰੋਹਬ ਦਿਖਾਈ ਦਿੰਦਾ ਸੀਗਾ। ਮਿੱਡੂ ਖੇੜੇ ਵਾਲੇ ਸਰਦਾਰਾਂ ਦੀ ਸਰਦਾਰੀ ਦਾ ਰੋਹਬ ਦਿਖਾਈ ਦਿੰਦਾ ਸੀ ਅਤੇ ਉਹ ਲਾਲੀ ਨੂੰ ਲੈ ਕੇ ਸਿੱਧੇ ਕਾਲਜ ਦੀ ਮੈਨੇਜਮੈਂਟ ਦੇ ਆਫਿਸ ਵਿੱਚ ਪਹੁੰਚ ਗਏ ਅਤੇ ਉਹਨਾਂ ਦੀ ਲਾਲੀ ਨਾਲ ਪਹਿਚਾਣ ਕਰਵਾ ਦਿੱਤੀ ਮੈਨੇਜਮੈਂਟ ਵਾਲਿਆਂ ਦੀ। ਉਂਝ ਲਾਲੀ ਦੇ ਮਾਮਿਆਂ ਨੇ ਮੈਨੇਜਮੈਂਟ ਕੋਲੋਂ ਮਾਫੀ ਮੰਗ ਲਈ ਸੀ ਕਿ ਭਾਵੇਂ ਖਾੜਕੂਵਾਦ ਦੇ ਚਲਦਿਆਂ ਸਾਨੂੰ ਇਸ ਵਿੱਦਿਆ ਦੇ ਮੰਦਰ ਵਿੱਚ ਅਸਲਾ ਨਹੀਂ ਲਿਆਉਣਾ ਚਾਹੀਦਾ ਸੀ, ਪਰ ਸਾਡੀ ਕੁੜੀ ਦਾ ਪਹਿਲਾ ਦਿਨ ਹੈ, ਇਸ ਕਰਕੇ ਆਏ ਹਾਂ। ਬਾਕੀ ਤੁਸੀਂ SSP ਫਰੀਦਕੋਟ ਨਾਲ ਗੱਲ ਕਰ ਸਕਦੇ ਹੋ। ਇਸ ਤਰ੍ਹਾਂ ਕੁਲਾਰ ਸਰਦਾਰਾਂ ਨੇ ਆਪਣੀ ਸਰਦਾਰੀ ਦੀ ਛਾਪ ਛੱਡ ਦਿੱਤੀ ਸੀ। ਮਾਮੀਆਂ ਨੇ ਲਾਲੀ ਨੂੰ ਆਖਿਆ, ਜਾ ਲਾਲੀ ਹੁਣ ਤੂੰ ਕਲਾਸ ਵਿੱਚ ਜਾ। ਲਾਲੀ ਕਹਿੰਦੀ, ਮਾਮੀ ਜੀ ਹਾਲੀ ਗਿੰਦਰ ਅਤੇ ਪ੍ਰੀਤੀ ਹੋਰੀ ਨਹੀਂ ਆਈਆਂ, ਉਹਨਾਂ ਦੇ ਆਉਣ 'ਤੇ ਮੈਂ ਕਲਾਸ ਅੰਦਰ ਜਾਵਾਂਗੀ, ਤੁਸੀਂ ਜਾਓ। ਮਾਮੇ ਕਹਿੰਦੇ, ਚੱਲ ਕੋਈ ਨਾ ਲਾਲੀ, ਫਿਰ ਆਪਾਂ ਗੇਟ ਕੋਲੇ ਖੜ੍ਹੇ ਹੋ ਜਾਂਦੇ ਹਾਂ, ਉੱਥੇ ਹੀ ਕੁੜੀਆਂ ਨੂੰ ਮਿਲ ਲਵਾਂਗੇ। ਹਾਲੀ ਉਹ ਗੇਟ ਕੋਲ ਹੀ ਪਹੁੰਚੇ ਸਨ ਕਿ ਗਿੰਦਰ ਅਤੇ ਪ੍ਰੀਤੀ ਦੋਨੋਂ ਇੱਕੋ ਰਿਕਸ਼ੇ ਉੱਤੇ ਚੜ੍ਹੀਆਂ ਆਈਆਂ ਅਤੇ ਉਤਰ ਗਈਆਂ ਗੇਟ ਕੋਲੇ ਆ ਕੇ। ਲਾਲੀ ਉਹਨਾਂ ਨੂੰ ਭੱਜ ਕੇ ਜਾ ਕੇ ਮਿਲੀ। ਮਾਮਿਆਂ ਦੀਆਂ ਬੰਦੂਕਾਂ ਦੇਖ ਕੇ ਲਾਲੀ ਦਾ ਦਿਲ ਘਬਰਾਉਂਦਾ ਸੀ ਅਤੇ ਉਸ ਨੂੰ ਇਸ ਤਰ੍ਹਾਂ ਦਿਖਾਵਾ ਕਰਨਾ ਚੰਗਾ ਵੀ ਨਹੀਂ ਲੱਗਦਾ ਸੀ। ਕੋਲ ਦੀ ਲੰਘਣ ਵਾਲੇ ਸਾਰੇ ਸਟੂਡੈਂਟਸ ਡਰਾਉਣੀਆਂ ਅਤੇ ਹੈਰਾਨੀ ਭਰੀਆਂ ਅੱਖਾਂ ਨਾਲ ਉਹਨਾਂ ਵੱਲ ਵੇਖ ਰਹੇ ਸਨ। ਅੱਜ ਉਹਨਾਂ ਦਾ BA ਦੀ ਕਲਾਸ ਦਾ ਪਹਿਲਾ ਦਿਨ ਸੀ।
ਉਹਨਾਂ ਦੇ ਕਲਾਸ ਵਿੱਚ ਜਾਂਦਿਆਂ ਹੀ ਸ਼ਾਂਤੀ ਜੀ ਛਾ ਗਈ। ਲਾਲੀ ਅਤੇ ਉਹਦੀਆਂ ਸਹੇਲੀਆਂ ਦੇ ਕਲਾਸ ਵਿੱਚ ਜਾਂਦਿਆਂ ਹੀ ਕਲਾਸ ਵਿੱਚ ਸ਼ਾਂਤੀ ਜੀ ਛਾ ਗਈ। ਸਾਰੇ ਲਾਲੀ ਵੱਲ ਬਿਟ ਬਿਟ ਤੱਕ ਰਹੇ ਸਨ। ਇੱਕ ਦੋ ਮੁੰਡਿਆਂ ਨੇ ਆਪਸ ਵਿੱਚ ਗੱਲ ਕੀਤੀ ਕਿ ਉਧਰ ਜ਼ਿਆਦਾ ਦੇਖਣ ਦੀ ਜ਼ਰੂਰਤ ਨਹੀਂ, ਅੱਜ ਇਸ ਨੂੰ ਬੰਦੂਕਾਂ ਵਾਲੇ ਛੱਡਣ ਆਏ ਸੀ, ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਅਗਲੇ ਅੱਖਾਂ ਕੱਢ ਲੈਣਗੇ। ਲੰਚ ਬ੍ਰੇਕ ਵੇਲੇ ਲਾਲੀ ਨੂੰ ਦੇਖ ਕੇ ਸਾਰੇ ਕਾਲਜ ਵਿੱਚ ਹਾਹਾਕਾਰ ਮਚ ਗਈ। ਬਹੁਤ ਸਾਰੀਆਂ ਕੁੜੀਆਂ ਲਾਲੀ ਦੇ ਆਲੇ ਦੁਆਲੇ ਹੋ ਗਈਆਂ ਸਨ। ਅੱਜ ਉਹ ਕਾਲਜ ਦੇ ਪਹਿਲੇ ਦਿਨ ਚਿੱਟੀ ਰੇਪ ਪਜਾਮੀ ਤੇ ਕਰੀਮ ਰੰਗ ਦਾ ਧਾਰੀਆਂ ਵਾਲਾ ਤੇ ਗੋਲ ਕਾਲਰਾਂ ਵਾਲਾ ਕੁੜਤਾ ਪਾ ਕੇ ਆਈ ਸੀ ਅਤੇ ਸਿਰ ਉੱਤੇ ਚਿੱਟੇ ਰੰਗ ਦੇ ਦੁਪੱਟੇ ਦੀ ਬੁੱਕਲ ਮਾਰੀ ਹੋਈ ਸੀ। ਮੁੰਨੇ ਵਾਲੀਆਂ ਤੇ ਨੰਗੇ ਸਿਰ ਖੜੀਆਂ ਕੁੜੀਆਂ ਵਿੱਚ ਲਾਲੀ ਰਾਜਕੁਮਾਰੀਆਂ ਵਾਂਗ ਸ਼ੋਭਾ ਪਾ ਰਹੀ ਸੀ। ਉਸਦੇ ਸੰਧੂਰੀ ਚਿੱਟੇ ਰੰਗ ਵਿੱਚ ਦੁਪੱਟੇ ਦਾ ਚਿੱਟਾ ਰੰਗ ਇੱਕਮਿਕ ਹੋ ਗਿਆ ਸੀ ਅਤੇ ਦੇਖਣ ਵਾਲਿਆਂ ਨੂੰ ਉਹ ਰੋਂਦੀ ਪੂਣੀ ਵਾਂਗ ਲੱਗਦੀ ਸੀ। ਅਗਸਤ ਦਾ ਮਹੀਨਾ ਸੀ। ਅਸਮਾਨੀ ਕਾਲੇ ਬੱਦਲ ਸਨ, ਜਿਨ੍ਹਾਂ ਵਿੱਚ ਲਾਲੀ ਦਾ ਚਿੱਟਾ ਦੁੱਧ ਵਰਗਾ ਰੰਗ ਅਤੇ ਉਸ ਦਾ ਪਹਿਰਾਵਾ ਅਸਮਾਨੋਂ ਉਤਰੀ ਪਰੀ ਦਾ ਸੰਕੇਤ ਦੇ ਰਿਹਾ ਸੀ। ਗਿੰਦਰ ਤੇ ਪ੍ਰੀਤੀ ਤਾਂ ਲਾਲੀ ਨੂੰ ਅਤੇ ਉਸਦੇ ਆਲੇ ਦੁਆਲੇ ਲੱਗੇ ਝੁਰਮਟ ਨੂੰ ਦੇਖ ਕੇ ਧੰਨ ਧੰਨ ਹੋ ਰਹੀਆਂ ਸਨ। ਲਾਲੀ ਦੀ ਸੁੰਦਰਤਾ ਨੂੰ ਦੇਖ ਕੇ ਸਾਰੇ ਕਾਲਜ ਦੇ ਮੁੰਡਿਆਂ ਨੇ ਆਪਣੇ ਕਾਲਜੇ ਹੱਥ ਵਿੱਚ ਫੜ ਲਏ ਸਨ ਅਤੇ ਲਾਲੀ ਦੇ ਪੈਰਾਂ ਵਿੱਚ ਰੱਖਣ ਵਾਸਤੇ ਤਿਆਰ ਖੜੇ ਸਨ। ਪਰ ਜਦੋਂ ਉਹਨਾਂ ਨੇ ਬੰਦੂਕਾਂ ਵਾਲਿਆਂ ਨੂੰ ਯਾਦ ਕੀਤਾ ਤਾਂ ਉਹਨਾਂ ਦਾ ਜੋਸ਼ ਠੰਡਾ ਜਿਹਾ ਪੈ ਗਿਆ। ਪਹਿਲੇ ਦਿਨ ਹੀ ਲਾਲੀ ਦੀਆਂ ਬਹੁਤ ਸਾਰੀਆਂ ਸਹੇਲੀਆਂ ਬਣ ਗਈਆਂ। ਆਪਣੇ ਆਲੇ ਦੁਆਲੇ ਇੰਨੀਆਂ ਕੁੜੀਆਂ ਨੂੰ ਦੇਖ ਕੇ ਲਾਲੀ ਬਹੁਤਾ ਖੁਸ਼ ਨਹੀਂ ਹੋਈ ਸੀ, ਸਗੋਂ ਉਸ ਦਾ ਦਮ ਘੁੱਟਦਾ ਸੀ ਅਤੇ ਇਕੱਲੀ ਬੈਠਣਾ ਚਾਹੁੰਦੀ ਸੀ। ਪਰ ਉਹ ਸਬਰ ਵਾਲੀ ਤੇ ਸਮਝਦਾਰ ਕੁੜੀ ਸੀ। ਉਹ ਪਹਿਲੇ ਦਿਨ ਹੀ ਕਿਸੇ ਦਾ ਦਿਲ ਨਹੀਂ ਤੋੜਨਾ ਚਾਹੁੰਦੀ ਸੀ ਅਤੇ ਸਾਰੀਆਂ ਕੁੜੀਆਂ ਦੇ ਵਾਜਬ ਸਵਾਲਾਂ ਦੇ ਜਵਾਬ ਥੋੜ੍ਹੇ ਸ਼ਬਦਾਂ ਵਿੱਚ ਦੇ ਰਹੀ ਸੀ। ਗਿੰਦਰ ਤੇ ਪ੍ਰੀਤੀ ਨੇ ਉਦਾਸ ਜਿਹਾ ਹੋ ਕੇ ਲਾਲੀ ਨੂੰ ਆਖਿਆ, ਦੀਦੀ ਤੁਸੀਂ ਆਪਣੀਆਂ ਇੰਨੀਆਂ ਸਹੇਲੀਆਂ ਵਿੱਚ ਗਵਾਚ ਕੇ ਕਿਤੇ ਸਾਨੂੰ ਭੁੱਲ ਤਾਂ ਨਹੀਂ ਜਾਓਗੇ? ਲਾਲੀ ਨੇ ਹੱਸ ਕੇ ਆਖਿਆ, ਨਹੀਂ, ਤੁਸੀਂ ਐ ਕਿਵੇਂ ਸੋਚ ਲਿਆ ਕਿ ਮੈਂ ਤੁਹਾਨੂੰ ਭੁੱਲ ਜਾਵਾਂਗੀ? ਤੁਸੀਂ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ। ਜਿਸ ਤਰ੍ਹਾਂ ਦੇ ਆਪਾਂ ਹਾਂ ਨਾ ਅਤੇ ਆਪਣਾ ਸੁਭਾਅ ਹੈ, ਇਹਨਾਂ ਨੇ ਤਾਂ ਆਪਣੇ ਨਾਲ 2 ਦਿਨ ਨਹੀਂ ਰੁਕਣਾ, ਆਪਣੇ ਆਪ ਭੱਜ ਜਾਣਗੀਆਂ। ਜਿਹੜੀਆਂ ਆਪਣੇ ਵਰਗੀਆਂ ਹੋਈਆਂ ਉਹ ਰੁਕ ਜਾਣਗੀਆਂ। ਹਾਲੀ ਤਾਂ ਇਹਨਾਂ ਨੂੰ ਲੱਗਦਾ ਕਿ ਮੈਂ ਅਮੀਰ ਘਰ ਦੀ ਹਾਂ ਅਤੇ ਇਹਨਾਂ ਨੂੰ ਆਪਣੀ ਅਮੀਰੀ ਦਿਖਾਵਾਂਗੀ, ਖੁੱਲ੍ਹਾ ਖਾਣ ਪੀਣ ਕਰਾਂਗੀ, ਇਹਨਾਂ ਵਾਂਗ ਇਹਨਾਂ ਕੋਲ ਜਬੜੀਆਂ ਮਾਰਾਂਗੀ। ਪਰ ਇਹਨਾਂ ਨੂੰ ਪਤਾ ਨਹੀਂ ਕਿ ਆਪਾਂ ਕਿਹੜੀ ਕੈਟਾਗਰੀ ਦੇ ਹਾਂ। ਜਦੋਂ 2-4 ਰੱਬ ਦੀਆਂ ਗੱਲਾਂ ਸੁਣਾਈਆਂ ਨਾ ਇਹਨਾਂ ਨੂੰ, ਤਾਂ ਇਹਨਾਂ ਸਾਰੀਆਂ ਨੇ ਭੱਜ ਜਾਣਾ। ਇਹੋ ਜਿਹੇ ਲੋਕ ਕਾਲਜ ਵਿੱਚ ਉੜਦੇ ਕਬੂਤਰ ਫੜਨ ਆਉਂਦੇ ਹਨ, ਪੜ੍ਹਨ ਨਹੀਂ ਆਉਂਦੇ। ਦੂਜੇ ਤਰੀਕੇ ਨਾਲ ਧਰਮ ਦੀ ਗੱਲ ਹੈ ਕਿ ਕ੍ਰਿਸ਼ਨ ਜੀ ਨੇ ਕਿਹਾ ਹੈ, ਸਮਰਨ ਰੱਖਣਾ सरल व्यक्ति के साथ क्या समरण रखना सरल व्यक्ति के साथ किया गया छल आपकी बर्बादी के सब द्वार खोल देगा, चाहे आप शतरंज के कितने भी बड़े खिलाड़ी हों। ये कृष्ण जी ने गीता दे विच आख्या। ये सुन के गिंदर होरां दी जान विच जान आ गई ते लाली दियां
ਉੱਚੀ ਸੋਚ ਵਾਲੀਆਂ ਅਤੇ ਅਗਾਊਂ ਸੋਚਣੀ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਲੱਗਿਆ ਕਿ ਉਹ ਕਿਸੇ ਮਹਾਨ ਚਾਣਕਿਆ ਦੀ ਸੰਗਤ ਕਰ ਰਹੀਆਂ ਹਨ। ਕੁਦਰਤ ਦਾ ਅਸੂਲ ਵੀ ਅਜੀਬ ਜਿਹਾ ਹੈ। ਪਤਾ ਨਹੀਂ ਪ੍ਰਮਾਤਮਾ ਨੇ ਇਸ ਜੀਵ ਦੇ ਅੰਦਰ ਕਿਹੜਾ ਪੁਰਜਾ ਫਿੱਟ ਕੀਤਾ ਹੈ ਕਿ ਅਮੀਰ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਅਮੀਰ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਵਪਾਰੀ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਅਫਸਰ ਨੂੰ ਦੇਖ ਕੇ ਖੁਸ਼ ਹੁੰਦਾ ਹੈ, ਚੋਰ ਨੂੰ ਦੇਖ ਕੇ ਖੁਸ਼ ਹੁੰਦਾ ਹੈ ਅਤੇ ਅਮਲੀ ਨੂੰ ਦੇਖ ਕੇ ਖੁਸ਼ ਹੁੰਦਾ ਹੈ। ਪਰ ਪਤਾ ਨਹੀਂ ਕਿਉਂ ਸੋਹਣਾ ਤੇ ਸੁੰਦਰ ਮਨੁੱਖ ਦੂਜੇ ਸੋਹਣੇ ਤੇ ਸੁੰਦਰ ਮਨੁੱਖ ਨੂੰ ਦੇਖ ਕੇ ਮੱਥੇ ਵਿੱਚ ਤਿਉੜੀਆਂ ਕਿਉਂ ਪਾ ਲੈਂਦਾ? ਉਹ ਆਪਣੇ ਤੋਂ ਸੋਹਣੇ ਮਨੁੱਖ ਨੂੰ ਦੇਖ ਕੇ ਖੁਸ਼ ਕਿਉਂ ਨਹੀਂ ਹੁੰਦਾ? ਕਿਉਂ ਉਸ ਨੂੰ ਨਫ਼ਰਤ ਕਰਨ ਲੱਗ ਜਾਂਦਾ? ਅੱਜ ਵੀ ਕੁਛ ਐਸਾ ਹੀ ਹੋਇਆ ਸੀ। ਜੋ ਕੁੜੀਆਂ ਪਿਛਲੇ ਸਾਲਾਂ ਤੋਂ ਕਾਲਜ ਵਿੱਚ ਆਪਣੀ ਸੁੰਦਰਤਾ ਦੇ ਅਤੇ ਆਪਣੇ ਹੁਸਨ ਦਾ ਜਾਦੂ ਚਲਾ ਰਹੀਆਂ ਸਨ, ਅਤੇ ਆਪਣੀ ਅਮੀਰੀ ਦੀ ਧਾਕ ਜਮਾਈ ਬੈਠੀਆਂ ਸਨ। ਪਰ ਅੱਜ ਉਹਨਾਂ ਨੂੰ ਲਾਲੀ ਦੇ ਸਾਹਮਣੇ ਆਪਣੇ ਰੰਗ ਫਿੱਕੇ ਫਿੱਕੇ ਲੱਗਦੇ ਸਨ। ਉਹ ਹੁਸਨਾਂ ਦੀਆਂ ਪਰੀਆਂ ਇੱਕ ਪਾਸੇ ਖੜੀਆਂ ਲਾਲੀ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖ ਰਹੀਆਂ ਸਨ। ਲੰਚ ਤੋਂ ਬਾਅਦ ਸਾਰੇ ਲੈਕਚਰ ਲੱਗੇ ਸਨ ਤੇ ਸ਼ਾਮ ਨੂੰ ਘਰ ਜਾਣ ਲੱਗਿਆ ਫੇਰ ਕਈ ਕੁੜੀਆਂ ਲਾਲੀ ਕੋਲ ਆ ਗਈਆਂ ਸਨ। ਉਹਨਾਂ ਨੇ ਲਾਲੀ ਨੂੰ ਪੁੱਛਿਆ, ਲਾਲੀ ਕੀ ਤੈਨੂੰ ਰੋਜ਼ ਹੀ ਬੰਦੂਕਾਂ ਵਾਲੇ ਛੱਡ ਕੇ ਜਾਇਆ ਕਰਨਗੇ? ਲਾਲੀ ਨੇ ਕਿਹਾ, ਨਹੀਂ, ਅੱਜ ਮੇਰਾ ਪਹਿਲਾ ਦਿਨ ਸੀ, ਇਸ ਲਈ ਮੇਰੇ ਮਾਮੇ ਮੈਨੂੰ ਛੱਡਣ ਆਏ ਸਨ ਅਤੇ ਹੁਣ ਉਹ ਮੈਨੂੰ ਲੈਣ ਆਉਣਗੇ। ਕੱਲ੍ਹ ਤੋਂ ਮੈਂ ਆਪਣੇ ਵਹੀਕਲ ਉੱਤੇ ਆਇਆ ਕਰਾਂਗੀ। ਇਸ ਤਰ੍ਹਾਂ ਲਾਲੀ ਗੱਲਾਂ ਕਰਦੀ ਕਰਦੀ ਗੇਟ ਤੱਕ ਆ ਗਈ। ਅੱਗੇ ਉਸਦੇ ਮਾਮੇ ਪਹਿਲਾਂ ਹੀ ਆਪਣੀ ਜੀਪ ਲੈ ਕੇ ਖੜੇ ਸਨ ਅਤੇ ਲਾਲੀ ਨੇ ਗਿੰਦਰ ਤੇ ਪ੍ਰੀਤੀ ਨੂੰ ਜੱਫੀ ਪਾਈ ਅਤੇ ਬਾਕੀ ਸਾਰੀਆਂ ਕੁੜੀਆਂ ਨੂੰ ਹੱਥ ਹਿਲਾ ਕੇ ਉਹ ਜੀਪ ਵਿੱਚ ਬੈਠ ਗਈ ਤੇ ਚਲੀ ਗਈ। ਪ੍ਰੀਤੀ ਹੋਰੀ ਵੀ ਆਪਣੇ ਰਿਕਸ਼ੇ ਵਿੱਚ ਬੈਠ ਕੇ ਚਲੀਆਂ ਗਈਆਂ। ਪਿੱਛੋਂ ਸੜਕ ਦੇ ਕਿਨਾਰੇ ਖੜੀਆਂ ਕੁੜੀਆਂ ਮੁੰਡੇ ਲਾਲੀ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਪਹਿਲੇ ਦਿਨ ਹੀ ਲਾਲੀ ਦੀ ਜਵਾਨੀ ਦੇ ਕਿੱਸੇ ਛਿੜ ਗਏ ਸਨ। ਉਹਨਾਂ ਵਾਸਤੇ ਲਾਲੀ ਕਾਫ ਦੀ ਪਰੀ ਬਣ ਗਈ ਸੀ ਤੇ ਸਾਰੇ ਮੁੰਡੇ ਕੁੜੀਆਂ ਲਾਲੀ ਦੇ ਨਾਮ ਦੀ ਕਹਾਣੀ ਦਾ ਤਰ੍ਹਾਂ ਤਰ੍ਹਾਂ ਮਸਾਲਾ ਲਾ ਕੇ ਆਪਣੇ ਆਪਣੇ ਘਰਾਂ ਨੂੰ ਤੁਰ ਗਏ ਸਨ। ਕਿਸੇ ਨੇ ਸਾਈਕਲ ਤੇ ਪੈਡਲ ਮਾਰਿਆ, ਕਿਸੇ ਨੇ ਸਕੂਟਰ ਨੂੰ ਕਿੱਕ ਮਾਰੀ ਅਤੇ ਕੋਈ ਆਪਣੇ ਪਿੰਡ ਵਾਲੀ ਬੱਸ ਫੜਨ ਲਈ ਰਿਕਸ਼ੇ ਉੱਤੇ ਚੜ੍ਹ ਗਿਆ। ਲਾਲੀ ਨੂੰ ਕਾਲਜ ਜਾਂਦਿਆਂ 2 ਮਹੀਨੇ ਹੋ ਗਏ ਸਨ। ਉਹ ਹਮੇਸ਼ਾ ਵਾਂਗ ਆਪਣੇ ਦੁਪੱਟੇ ਦੀ ਬੁੱਕਲ ਮਾਰ ਕੇ ਅਤੇ ਚਿੱਟੇ ਸਕੂਟਰ ਦੀ ਸਵਾਰੀ ਕਰਕੇ ਜਦ ਕਾਲਜ ਆਉਂਦੀ ਸੀ ਤਾਂ ਇਉਂ ਲੱਗਦਾ ਸੀ ਜਿਵੇਂ ਅਸਮਾਨ ਵਿੱਚੋਂ ਕੋਈ ਅਪਸਰਾ ਆਪਣੇ ਦੁੱਧ ਧੋਤੇ ਰੱਥ ਉੱਤੇ ਚੜ੍ਹ ਕੇ ਧਰਤੀ ਉੱਤੇ ਉਤਰੀ ਹੋਵੇ। ਅੱਜ ਤੱਕ ਕਿਸੇ ਨੇ ਲਾਲੀ ਦੇ ਚਿਹਰੇ ਨੂੰ ਚੰਗੀ ਤਰ੍ਹਾਂ ਨਹੀਂ ਦੇਖਿਆ ਸੀ, ਕਿਉਂਕਿ ਉਹ ਆਪਣੇ ਚਿਹਰੇ ਨੂੰ ਦੁਪੱਟੇ ਦੇ ਵਧਵੇਂ ਪੱਲੂ ਦਾ ਪਰਦਾ ਦੇ ਕੇ ਰੱਖਦੀ ਸੀ। ਸਿਰਫ ਲੈਕਚਰ ਸੁਣਨ ਵੇਲੇ ਹੀ ਉਹ ਆਪਣੀ ਚੁੰਨੀ ਨੂੰ ਚਿਹਰੇ ਤੋਂ ਪਿੱਛੇ ਕਰਕੇ ਸਿਰ ਦੇ ਅੱਧੇ ਵਾਲ ਨੰਗੇ ਰੱਖਦੀ ਸੀ। ਬਸ ਇੰਨੇ ਨਾਲ ਹੀ ਕਲਾਸ ਵਿੱਚ ਜਗਮਗ ਹੋਣ ਲੱਗ ਜਾਂਦੀ ਸੀ। ਆਪਣੀ ਜਵਾਨੀ ਦੇ ਅੰਗਾਂ ਨੂੰ ਅਤੇ ਸੋਹਣੇ ਮੁਖੜੇ ਨੂੰ ਢੱਕ ਕੇ ਰੱਖਣ ਕਰਕੇ ਉਸ ਨੂੰ ਕੋਈ ਮਜ਼ਾਕ ਵੀ ਨਹੀਂ ਕਰਦਾ ਸੀ। ਜੇ ਕੋਈ ਸਧਾਰਨ ਕੁੜੀ ਹੁੰਦੀ ਤਾਂ ਕਾਲਜ ਦੀ ਮੁੰਡੀਰ ਨੇ ਤਾਨੇ ਮਿਹਣੇ ਦੇ ਦੇ ਕੇ ਮਾਰ ਦੇਣਾ ਸੀ। ਕਿਸੇ ਨੇ ਗਿਆਨਣ ਅਤੇ ਕਿਸੇ ਨੇ ਬਾਬਣ ਕਹਿਣਾ ਸੀ, ਕਿਸੇ ਨੇ ਪਾਕਿਸਤਾਨੋਂ ਆਈ ਕਹਿਣਾ ਸੀ ਅਤੇ ਕਿਸੇ ਨੇ ਬਾਬੇ ਆਦਮ ਦੇ ਜ਼ਮਾਨੇ ਦੀ ਅੰਬੋ ਕਹਿਣਾ ਸੀ। ਪੂਰਾ ਕਾਲਜ ਉਸ ਦੀ ਸੁੰਦਰਤਾ ਦਾ ਦੀਵਾਨਾ ਸੀ,
ਪਰ ਵੱਡੇ ਘਰਾਣੇ ਦੀ ਹੋਣ ਕਰਕੇ ਕੋਈ ਬੋਲਦਾ ਨਹੀਂ ਸੀ, ਕਿਉਂਕਿ ਇਸ ਇਲਾਕੇ ਦੇ ਵਿੱਚ ਬਾਦਲ ਪਿੰਡ ਦੇ ਸਰਦਾਰਾਂ ਤੋਂ ਬਾਅਦ ਮਿੱਡੂ ਖੇੜੇ ਦੇ ਸਰਦਾਰਾਂ ਦਾ ਨਾਮ ਹੀ ਚੱਲਦਾ ਸੀ। ਉਂਝ ਵੀ ਉਹਨਾਂ ਦਿਨਾਂ ਵਿੱਚ ਖਾੜਕੂ ਸਿੰਘਾਂ ਦਾ ਪੂਰਾ ਬੋਲਬਾਲਾ ਸੀ ਅਤੇ ਇਹੋ ਜਿਹੇ ਪਹਿਰਾਵੇ ਵਾਲੀਆਂ ਕੁੜੀਆਂ ਤੋਂ ਮੱਛਰ ਆਸ਼ਕ ਹਮੇਸ਼ਾ ਦੂਰ ਹੀ ਰਹਿੰਦੇ ਸਨ। ਅਕਤੂਬਰ ਦਾ ਮਹੀਨਾ ਆ ਗਿਆ ਸੀ ਤੇ ਲੋਕਾਂ ਨੇ ਦੁਸਹਿਰੇ ਦੇ ਦਿਨ ਦੀਆਂ ਖੁਸ਼ੀਆਂ ਮਨਾ ਲਈਆਂ ਸਨ ਅਤੇ ਹੁਣ ਦੀਵਾਲੀ ਦੀ ਉਡੀਕ ਹੋ ਰਹੀ ਸੀ। ਗਰਮੀ ਤੇ ਬਾਰਿਸ਼ਾਂ ਦੇ ਦਿਨ ਲੰਘ ਗਏ ਸਨ ਅਤੇ ਦਿਨ ਵੇਲੇ ਦੀ ਧੁੱਪ ਮਿੱਠੀ ਮਿੱਠੀ ਲੱਗਣ ਲੱਗ ਗਈ ਸੀ। ਜਿਸ ਦਿਨ ਕੋਈ ਲੈਕਚਰ ਨਹੀਂ ਲੱਗਣਾ ਹੁੰਦਾ ਸੀ ਤਾਂ ਲਾਲੀ, ਗਿੰਦਰ ਤੇ ਪ੍ਰੀਤੀ ਧੁੱਪੇ ਆ ਕੇ ਬੈਠ ਜਾਂਦੀਆਂ ਸਨ ਤੇ ਕੁਝ ਕੁ ਰੱਬ ਦੇ ਪਿਆਰ ਵਾਲੀਆਂ ਕੁੜੀਆਂ ਉਹਨਾਂ ਕੋਲ ਆ ਕੇ ਬੈਠ ਜਾਂਦੀਆਂ ਸਨ ਜਾਂ ਲਾਲੀ ਨੂੰ ਮਿਲ ਕੇ ਖਾਣ ਪੀਣ ਲਈ ਕੈਂਟੀਨ ਵੱਲ ਚਲੀਆਂ ਜਾਂਦੀਆਂ ਸਨ। ਉਂਝ ਸਾਰੀਆਂ ਕੁੜੀਆਂ ਹੀ ਲਾਲੀ ਦੀ ਇੱਜ਼ਤ ਕਰਦੀਆਂ ਸਨ, ਖਾਸ ਕਰਕੇ ਜੱਟਾਂ ਦੀਆਂ ਕੁੜੀਆਂ ਤਾਂ ਲਾਲੀ ਉੱਤੋਂ ਜਾਨ ਛਿੜਕ ਰਹੀਆਂ ਸਨ, ਕਿਉਂਕਿ ਲਾਲੀ ਉਹਨਾਂ ਨੂੰ ਇਸ ਲਈ ਚੰਗੀ ਲੱਗਦੀ ਸੀ ਕਿ ਨਾ ਤਾਂ ਉਹ ਕੱਟੜ ਅੰਮ੍ਰਿਤਧਾਰੀਆਂ ਵਾਂਗ ਡੰਡੇ ਦੇ ਜ਼ੋਰ ਉੱਤੇ ਆਪਣੀ ਗੱਲ ਮਨਾਉਂਦੀ ਸੀ ਤੇ ਨਾ ਹੀ ਕਿਸੇ ਧਰਮ ਦੀ ਨਿਖੇਧੀ ਕਰਦੀ ਸੀ। ਉਹ ਮਨੁੱਖ ਦੇ ਜੀਵਨ ਨੂੰ ਬਦਲਣ ਦੀਆਂ ਬਾਬੇ ਨਾਨਕ ਦੀ ਬਾਣੀ ਵਿੱਚੋਂ ਗੱਲਾਂ ਕਰਦੀ ਸੀ ਤੇ ਸਿੱਖ ਬੀਬੀਆਂ ਦੇ ਸਿਦਕ ਦੀਆਂ ਗੱਲਾਂ ਸੁਣਾਉਂਦੀ ਸੀ ਅਤੇ ਹੋਰ ਧਰਮਾਂ ਦੇ ਸਿਦਕ ਵਾਲੀਆਂ ਔਰਤਾਂ ਦੇ ਸ਼ੁਭ ਗੁਣ ਵੀ ਸੁਣਾਉਂਦੀ ਸੀ, ਜੋ ਸੁਣਨ ਵਾਲਿਆਂ ਨੂੰ ਬਹੁਤ ਚੰਗਾ ਲੱਗਦਾ ਸੀ। ਕਦੇ ਕਦੇ ਕੁੜੀਆਂ ਦੀ ਇਸ ਟੋਲੀ ਵਿੱਚ ਪਿਛਲੇ ਪਾਸੇ ਮੁੰਡੇ ਵੀ ਲਾਲੀ ਦੀਆਂ ਗੱਲਾਂ ਸੁਣਨ ਵਾਸਤੇ ਆ ਬੈਠਦੇ ਸਨ। ਉਹ ਲਾਲੀ ਦੇ ਪ੍ਰਤੀ ਬੁਰੇ ਖਿਆਲ ਲਿਆਉਣ ਦੀ ਬਜਾਏ ਆਪਣੇ ਮਨ ਵਿੱਚ ਸ਼ਰਧਾ ਧਾਰਨ ਕਰ ਲੈਂਦੇ ਸਨ। ਇਸ ਦਾ ਕਾਰਨ ਇਹ ਸੀ ਕਿ ਇਹਨਾਂ ਮੁੰਡੇ ਕੁੜੀਆਂ ਵਿੱਚ ਬਹੁਤੇ ਪਿੰਡਾਂ ਵਾਲੇ ਮੁੰਡੇ ਸਨ ਅਤੇ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਰਾਤਾਂ ਵੇਲੇ ਖਾੜਕੂਆਂ ਦਾ ਆਉਣਾ ਜਾਣਾ ਬਣਿਆ ਹੀ ਰਹਿੰਦਾ ਸੀਗਾ। ਰੋਜ਼ ਦੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਸਿੱਖ ਗੱਭਰੂਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਜਾਣਾ ਤੇ ਹੱਕਾਂ ਵਾਸਤੇ ਮਰ ਮਿਟਣਾ ਨੌਜਵਾਨਾਂ ਦੇ ਦਿਲਾਂ ਵਿੱਚ ਮਸ਼ਾਲ ਬਣ ਕੇ ਮੱਚ ਰਿਹਾ ਸੀ। ਕੁੜੀਆਂ ਮੁੰਡੇ ਜਦੋਂ ਘਰ ਜਾ ਕੇ ਆਪਣੇ ਮਾਂ ਪਿਓ ਦੇ ਨਾਲ ਕੋਲ ਲਾਲੀ ਦੀਆਂ ਗੱਲਾਂ ਕਰਦੇ ਸਨ, ਪਿੰਡਾਂ ਵਾਲੇ ਕੁੜੀਆਂ ਮੁੰਡੇ ਜਦੋਂ ਘਰੇ ਜਾ ਕੇ ਆਪਣੇ ਮਾਂ ਪਿਓ ਕੋਲ ਲਾਲੀ ਦੀਆਂ ਗੱਲਾਂ ਦੱਸਦੇ ਸਨ ਤਾਂ ਉਹਨਾਂ ਦਾ ਮਨ ਵੀ ਕਰਦਾ ਸੀ ਕਿ ਉਹ ਇੱਕ ਵਾਰ ਉਸ ਕੁੜੀ ਨੂੰ ਜਾ ਕੇ ਦੇਖ ਲੈਣ। ਗੱਲਾਂ ਸੁਣ ਕੇ ਉਹਨਾਂ ਨੂੰ ਲੱਗਦਾ ਸੀ ਕਿ ਜਿਵੇਂ ਪੁਰਾਣੇ ਜ਼ਮਾਨੇ ਦੀ ਬੀਬੀ ਰਜਨੀ ਆ ਗਈ ਹੋਵੇ ਜਾਂ ਬਹਾਦਰ ਸ਼ਰਨ ਕੌਰ ਆ ਗਈ ਹੋਵੇ। ਸਾਰੇ ਮਾਂ-ਬਾਪ ਆਪਣੇ ਪੁੱਤਰ ਧੀਆਂ ਨੂੰ ਕਹਿੰਦੇ ਸਨ ਕਿ ਉਹ ਉਸ ਕੁੜੀ ਕੋਲੋਂ ਕੁਝ ਨਾ ਕੁਝ ਸਿੱਖ ਲਿਆ ਕਰਨ। ਬਹੁਤ ਸਾਰੇ ਕੁੜੀਆਂ ਮੁੰਡੇ ਲਾਲੀ ਦੀਆਂ ਗੱਲਾਂ ਸੁਣ ਕੇ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਨ ਲੱਗ ਪਏ ਸਨ। ਗਿੰਦਰ ਤੇ ਪ੍ਰੀਤੀ ਤਾਂ ਸਿਰ ਤੋਂ ਪੈਰਾਂ ਤੱਕ ਬਦਲ ਗਈਆਂ ਸਨ। ਉਹ ਆਪਣੇ ਸਿਰ ਤੋਂ ਕਦੇ ਵੀ ਕੱਪੜਾ ਨਹੀਂ ਉਤਾਰਦੀਆਂ ਸਨ ਅਤੇ ਨਾ ਹੀ ਨੰਗੇ ਸਿਰ ਰੋਟੀ ਖਾਂਦੀਆਂ ਸਨ। ਜਦੋਂ ਤੋਂ ਉਹਨਾਂ ਨੇ ਲਾਲੀ ਕੋਲੋਂ ਸੁਣਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਹੁਕਮ ਹੈ, ਨੰਗੇ ਕੇਸ ਭੋਗ ਜੋ ਪਾਏ, ਜੋ ਕੂਕਰ ਜੂਠਨ ਮਹਿ ਖਾਏ। ਇਸ ਦਾ ਮਤਲਬ ਹੈ ਕਿ ਜੋ ਵੀ ਸਿੱਖ ਹੋ ਕੇ ਨੰਗੇ ਸਿਰ ਭੋਜਨ ਖਾਂਦਾ ਹੈ ਉਹ ਸਮਝ ਲਓ ਕੁੱਤੇ ਦਾ ਜੂਠਾ ਖਾਂਦਾ। ਉਸ ਦਿਨ ਤੋਂ ਬਾਅਦ ਨਾ ਤਾਂ ਆਪ ਨੰਗੇ ਸਿਰ ਖਾਂਦੀਆਂ ਸਨ ਤੇ ਨਾ ਹੀ ਘਰ ਵਿੱਚ ਉਹ ਕਿਸੇ ਨੂੰ ਨੰਗੇ ਸਿਰ ਖਾਣਾ ਖਾਣ ਦਿੰਦੀਆਂ ਸਨ। ਉਹ ਸਮਝਾ ਦਿੰਦੀਆਂ ਸਨ ਕਿ ਜੋ ਵੀ ਸਿੱਖ ਹੋ ਕੇ ਨੰਗੇ ਸਿਰ ਰੋਟੀ ਖਾਂਦਾ ਹੈ ਤਾਂ ਸਮਝ ਲਓ ਕਿ ਉਹ ਕੁੱਤੇ ਦਾ ਜੂਠਾ ਖਾ ਰਿਹਾ। ਉਹ ਨੰਗੇ ਸਿਰ ਵਾਲੇ ਦੇ ਨਾਲ ਬੈਠ ਕੇ ਵੀ ਰੋਟੀ ਨਹੀਂ ਖਾਂਦੀਆਂ ਸਨ।
ਇਹ ਦੇਖ ਕੇ ਗਿੰਦਰ ਹੋਰਾਂ ਦੇ ਮਾਂ ਪਿਓ ਤਾਂ ਆਪਣੇ ਆਪ ਨੂੰ ਧਨ ਸਮਝਦੇ ਸਨ। ਲਾਲੀ ਕਰਕੇ ਗਿੰਦਰ ਹੋਰਾਂ ਦਾ ਤਾਂ ਕਾਇਆ ਕਲਪ ਹੀ ਹੋ ਗਿਆ ਸੀ। ਉਹਨਾਂ ਦੀ ਜ਼ਿੰਦਗੀ ਬਦਲ ਗਈ ਸੀ। ਉਹ ਸ਼ਾਮ ਦੀ ਰਹਿਰਾਸ ਕੀਤੇ ਬਿਨਾਂ ਤੇ ਸਵੇਰੇ ਜਪਜੀ ਸਾਹਿਬ ਪੜ੍ਹੇ ਬਿਨਾਂ ਰੋਟੀ ਨਹੀਂ ਖਾਂਦੀਆਂ ਸਨ। ਲਾਲੀ ਨੇ ਗਿੰਦਰ ਹੋਰਾਂ ਨੂੰ ਦੱਸ ਦਿੱਤਾ ਸੀ ਕਿ ਉਹ ਮਨਿੰਦਰ ਸਿੰਘ ਨਾਮ ਦੇ ਇੱਕ ਮੁੰਡੇ ਨੂੰ ਪਿਆਰ ਕਰਦੀ ਹੈ। ਉਹ ਉਸਦੇ ਬਚਪਨ ਦਾ ਪਿਆਰ ਹੈ। ਉਹ ਤੇ ਮੈਂ ਇੱਥੇ ਡੱਬਵਾਲੀ ਵਿੱਚ ਹੀ ਦਸ਼ਮੇਸ਼ ਮਾਡਲ ਸਕੂਲ ਵਿੱਚ 5ਵੀਂ ਤੱਕ ਇਕੱਠੇ ਪੜ੍ਹੇ ਹਾਂ। ਮਨਿੰਦਰ ਸਿੰਘ ਪਿੰਡ ਭਾਗੂ ਦੇ ਰਹਿਣ ਵਾਲਾ ਹੈ ਅਤੇ ਅੱਜ ਕੱਲ੍ਹ ਉਹ ਚੰਡੀਗੜ੍ਹ ਪੜ੍ਹ ਰਿਹਾ ਹੈ। ਉਹ ਤੇ ਮੈਂ ਪ੍ਰਾਇਮਰੀ ਸਕੂਲ ਤੋਂ ਬਾਅਦ ਅੱਜ ਤੱਕ ਇੱਕ ਦੂਜੇ ਨੂੰ ਹਾਲੀ ਤੱਕ ਮਿਲੇ ਨਹੀਂ ਹਾਂ। ਨਾ ਉਸਨੇ ਅੱਜ ਤੱਕ ਮੈਨੂੰ ਦੇਖਿਆ ਤੇ ਨਾ ਹੀ ਮੈਂ ਉਸ ਨੂੰ ਜਵਾਨ ਹੁੰਦੇ ਦੇਖਿਆ। ਇੱਕ ਦੂਜੇ ਕੋਲ ਸਾਡੀਆਂ ਬਚਪਨ ਦੀਆਂ ਹੀ ਤਸਵੀਰਾਂ ਹਨ। ਉਂਝ ਸਾਨੂੰ ਇੱਕ ਦੂਜੇ ਦਾ ਸੁੱਖ ਸੁਨੇਹਾ ਜੱਸੀ ਦੇ ਰਾਹੀਂ ਮਿਲਦਾ ਹੀ ਰਹਿੰਦਾ ਹੈ। ਇਹ ਗੱਲਾਂ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਕਿ ਜਦੋਂ ਕਿਤੇ ਮੈਨੂੰ ਮਨਿੰਦਰ ਮਿਲ ਜਾਵੇ ਤੇ ਅਸੀਂ ਇੱਕ ਦੂਜੇ ਨੂੰ ਮਿਲੀਏ ਤਾਂ ਤੁਸੀਂ ਗਲਤ ਨਾ ਸੋਚੋ ਅਤੇ ਤੁਹਾਨੂੰ ਬੁਰਾ ਵੀ ਨਾ ਲੱਗੇ। ਇਹ ਸੁਣ ਕੇ ਗਿੰਦਰ ਤੇ ਪ੍ਰੀਤੀ ਤਾਂ ਦੰਗ ਹੀ ਰਹਿ ਗਈਆਂ। ਉਹ ਪੁੱਛਣ ਲੱਗੀਆਂ, ਹੈ ਦੀਦੀ, ਕੀ ਸੱਚਮੁੱਚ ਹੀ ਇਸ ਤਰ੍ਹਾਂ ਹੋ ਸਕਦਾ ਹੈ? ਇਹ ਤਾਂ ਪੁਰਾਣੇ ਜ਼ਮਾਨੇ ਦੇ ਕਿਸੇ ਰਾਜਕੁਮਾਰ ਅਤੇ ਰਾਜਕੁਮਾਰੀ ਦੀ ਕਹਾਣੀ ਲੱਗਦੀ ਹੈ। ਕੀ ਸੱਚਮੁੱਚ ਹੀ ਕੋਈ ਕਿਸੇ ਨੂੰ ਇੰਨਾ ਪਿਆਰ ਕਰ ਸਕਦਾ ਹੈ? ਕੀ ਸੱਚੀ ਹੀ ਕੋਈ ਕਿਸੇ ਦਾ ਇੰਨੇ ਸਾਲ ਇੰਤਜ਼ਾਰ ਕਰ ਸਕਦਾ ਹੈ ਅਤੇ ਆਪਣੇ ਆਪ ਨੂੰ ਕਿਸੇ ਵਾਸਤੇ ਸੰਭਾਲ ਕੇ ਰੱਖ ਸਕਦਾ ਹੈ? ਲਾਲੀ ਨੇ ਕਿਹਾ, ਹਾਂ, ਇਹ ਸੱਚ ਹੈ। ਅਸੀਂ ਅੱਜ ਵੀ ਉਵੇਂ ਦੇ ਹਾਂ ਜਿਵੇਂ ਬਚਪਨ ਵਿੱਚ ਸੀ। ਜਦੋਂ ਅਸੀਂ ਮਿਲਾਂਗੇ ਤਾਂ ਇੰਝ ਲੱਗੇਗਾ ਜਿਵੇਂ ਅਸਮਾਨ ਤੇ ਧਰਤੀ ਦਾ ਮਿਲਾਪ ਹੋ ਰਿਹਾ ਹੋਵੇ। ਸਾਰੇ ਕਹਿੰਦੇ ਹਨ ਕਿ ਲਾਲੀ ਦੀਆਂ ਅੱਖਾਂ ਬਹੁਤ ਸੋਹਣੀਆਂ ਹਨ, ਪਰ ਤੁਹਾਨੂੰ ਪਤਾ ਵੀ ਹੈ ਕਿ ਮੇਰੀਆਂ ਅੱਖਾਂ ਸੋਹਣੀਆਂ ਕਿਉਂ ਹਨ? ਇਹ ਅੱਖਾਂ ਇਸ ਵਾਸਤੇ ਸੋਹਣੀਆਂ ਹਨ ਕਿਉਂਕਿ ਇਹਨਾਂ ਅੱਖਾਂ ਵਿੱਚ ਮਨਿੰਦਰ ਵਸਦਾ। ਪਰ ਫਿਰ ਵੀ ਇਹਨਾਂ ਨੂੰ ਹਮੇਸ਼ਾ ਮਨਿੰਦਰ ਦਾ ਇੰਤਜ਼ਾਰ ਰਹਿੰਦਾ ਹੈ। ਪ੍ਰੀਤੀ ਹੋਰਾਂ ਨੇ ਆਖਿਆ, ਹਾਂ ਦੀਦੀ, ਤੁਹਾਡੀਆਂ ਅੱਖਾਂ ਹੀ ਸੋਹਣੀਆਂ ਨਹੀਂ, ਬਲਕਿ ਤੁਹਾਡਾ ਸਾਰਾ ਸਰੀਰ ਹੀ ਸੋਹਣਾ ਹੈ। ਧੰਨ ਤੁਸੀਂ ਹੋ ਤੇ ਧੰਨ ਤੁਹਾਡਾ ਪਿਆਰ ਹੈ। ਲਾਲੀ ਸਵੇਰੇ ਉੱਠ ਕੇ ਹਰ ਰੋਜ਼ 1 ਘੰਟਾ ਗੱਤਕਾ ਅਤੇ ਕਰਾਟੇ ਦੀ ਪ੍ਰੈਕਟਿਸ ਕਰਦੀ ਹੁੰਦੀ ਸੀ। ਲਾਲੀ ਸਵੇਰੇ ਉੱਠ ਕੇ ਹਰ ਰੋਜ਼ 1 ਘੰਟਾ ਗੱਤਕਾ ਅਤੇ ਕਰਾਟੇ ਦੀ ਪ੍ਰੈਕਟਿਸ ਕਰਦੀ ਹੁੰਦੀ ਸੀ। ਉਹ ਪ੍ਰੈਕਟਿਸ ਕਰਦੀ ਹੋਈ ਮੁੜਕੋ ਮੁੜਕੀ ਹੋ ਜਾਂਦੀ ਸੀ। ਉਸਦੇ ਸਰੀਰ ਉੱਤੇ ਰੱਤੀ ਭਰ ਵੀ ਵਾਧੂ ਮਾਸ ਨਹੀਂ ਸੀ। ਉਸ ਦਾ ਸਰੀਰ ਸੰਗਮਰਮਰ ਦੀ ਮੂਰਤੀ ਵਾਂਗ ਸਾਰੇ ਪਾਸਿਆਂ ਤੋਂ ਤਰਾਸ਼ਿਆ ਹੋਇਆ ਸੀ। ਉਸ ਦੇ ਸਿਰ ਦੇ ਕਾਲੇ ਕੇਸ ਲੱਕ ਤੋਂ ਥੱਲੇ ਤੱਕ ਜਾਂਦੇ ਸਨ। ਜਦੋਂ ਉਹ ਗੁੱਤ ਕਰਦੀ ਸੀ ਤਾਂ ਇਉਂ ਲੱਗਦਾ ਸੀ ਜਿਵੇਂ ਮੋਟਾ ਕਾਲਾ ਨਾਗ ਉਸ ਦੀ ਧੌਣ ਉੱਤੇ ਲਟਕ ਰਿਹਾ ਹੋਵੇ। ਲਾਲੀ ਇੰਨੀ ਸੋਹਣੀ ਸੀ ਕਿ ਉਸ ਦੀ ਸੁੰਦਰਤਾ ਦੀ ਬਰਾਬਰੀ ਦੁਨੀਆ ਦੀ ਕਿਸੇ ਵੀ ਸੋਹਣੀ ਔਰਤ ਨਾਲ ਨਹੀਂ ਕੀਤੀ ਜਾ ਸਕਦੀ। ਭਾਰਤ ਦੀ ਬਾਲੀਵੁੱਡ ਇੰਡਸਟਰੀ ਵਿੱਚ ਹੇਮਾ ਮਾਲਿਨੀ, ਵਹੀਦਾ ਰਹਿਮਾਨ, ਤਨੂਜਾ, ਆਸ਼ਾ ਪਾਰੇਖ, ਮਾਲਾ ਸਿਨਹਾ, ਸ਼ਰਮੀਲਾ ਟੈਗੋਰ ਵਰਗੀਆਂ ਸੁੰਦਰ ਅਭਿਨੇਤਰੀਆਂ ਪਿਛਲੇ ਕਈ ਸਾਲਾਂ ਤੋਂ ਆਪਣੇ ਹੁਸਨ ਦਾ ਜਾਦੂ ਚਲਾ ਰਹੀਆਂ ਸਨ। ਅਤੇ ਫਿਰ ਆਈਆਂ ਜੀਨਤ ਮਾਨ, ਪ੍ਰਵੀਨ ਬੌਬੀ, ਮੁਮਤਾਜ਼, ਜੈਪਰਦਾ, ਬਬੀਤਾ, ਰੀਨਾ ਰॉय, ਡਿੰਪਲ ਕਬਾੜੀਆ, ਰਾਖੀ ਤੇ ਰੇਖਾ।
ਅੱਜ ਕੱਲ੍ਹ ਹੇਮਾ ਮਾਲਿਨੀ ਦੀ ਥਾਂ ਸ਼੍ਰੀ ਦੇਵੀ ਨੇ ਲੈ ਲਈ ਸੀ ਅਤੇ ਬਾਕੀ ਹੋਰ ਕਈਆਂ ਨਵੀਆਂ ਅਭਿਨੇਤਰੀਆਂ ਬਾਲੀਵੁੱਡ ਵਿੱਚ ਆ ਗਈਆਂ ਸਨ, ਜਿਵੇਂ ਮਾਧੁਰੀ ਦੀਕਸ਼ਿਤ, ਪੂਜਾ ਭੱਟ, ਕਾਜਲ, ਰਾਣੀ ਮੁਖਰਜੀ, ਮਹਿਮਾ ਚੌਧਰੀ, ਜੂਹੀ ਚਾਵਲਾ, ਰਵੀਨਾ ਟੰਡਨ, ਮੀਨਾਕਸ਼ੀ ਸੇਸ਼ਾਦਰੀ ਅਤੇ ਹੋਰ ਕਈ ਹੀਰੋਇਨਾਂ। ਪਰ ਇਹਨਾਂ ਸਾਰੀਆਂ ਤੋਂ ਵੀ ਲਾਲੀ ਅਲੱਗ ਹੀ ਸੀ। ਕਿਸੇ ਦਾ ਵੀ ਸੁੰਦਰ ਰੂਪ ਲਾਲੀ ਦੇ ਹੁਸਨ ਨੂੰ ਮਾਤ ਨਹੀਂ ਦੇ ਰਿਹਾ ਸੀ। ਸੰਨ 1986 ਪੂਰਾ ਹੋਣ ਵਾਲਾ ਸੀ। ਸੰਨ 1986 1986 ਪੂਰਾ ਹੋਣ ਵਾਲਾ ਸੀ। ਇਸ ਸਾਲ ਦਾ ਇਹ ਅਖੀਰਲਾ ਮਹੀਨਾ ਸੀ। ਕੜਾਕੇ ਦੀ ਠੰਡ ਵਿੱਚ ਦੁਪਹਿਰ ਦੀ ਧੁੱਪ ਬੜੀ ਪਿਆਰੀ ਲੱਗਦੀ ਸੀ ਅਤੇ ਸ਼ਾਮ ਨੂੰ 3-4 ਵਜੇ ਵਾਲੀ ਜਾਂਦੀ ਹੋਈ ਧੁੱਪ ਲੋਕਾਂ ਦੇ ਦਿਲਾਂ ਵਿੱਚ ਪਿਆਰਿਆਂ ਦੇ ਪਿਆਰ ਦਾ ਨਿੱਘ ਅਤੇ ਦੂਰ ਵਸਦੇ ਪਿਆਰਿਆਂ ਦੀਆਂ ਯਾਦਾਂ ਦੀ ਕੰਬਣੀ ਜੀ ਛੱਡ ਜਾਂਦੀ ਸੀ। ਇਹਨਾਂ ਦਿਨਾਂ ਵਿੱਚ ਹੀ ਲਾਲੀ ਦੇ ਚਿਹਰੇ ਉੱਤੇ ਕਦੀ ਖੁਸ਼ੀ ਅਤੇ ਕਦੀ ਉਦਾਸੀ ਦੇ ਸਾਏ ਘੁੰਮਦੇ ਰਹਿੰਦੇ ਸੀ। ਉਸ ਦੇ ਦਿਮਾਗ ਵਿੱਚ ਬਿਰਹੋਂ ਅਤੇ ਦਰਦ ਨਾਲ ਭਰੇ ਗੀਤਾਂ ਦੀ ਧੁਨ ਜਿਹੀ ਗੂੰਜਦੀ ਰਹਿੰਦੀ ਸੀ। ਉਸ ਦਾ ਮਨ ਕਰਦਾ ਸੀ ਕਿ ਉਹ ਇਸ ਧੁਨ ਨੂੰ ਅੱਖਾਂ ਬੰਦ ਕਰਕੇ ਸੁਣਦੀ ਹੀ ਰਹੇ। ਹੁਣ ਉਸ ਦਾ ਕਾਲਜ ਵਿੱਚ ਵੀ ਮਨ ਨਹੀਂ ਲੱਗਦਾ ਸੀ, ਕਿਉਂਕਿ ਇਸ ਧੁਨ ਦੀ ਮਗਨਤਾ ਵਿੱਚ ਕਾਲਜ ਦਾ ਰੌਲਾ ਰੱਪਾ ਵਿਘਨ ਪਾਉਂਦਾ ਸੀ। ਉਸ ਦਾ ਦਿਲ ਕਰਦਾ ਸੀ ਕਿ ਉਹ ਇੱਥੋਂ ਜਲਦੀ ਹੀ ਭੱਜ ਜਾਵੇ ਅਤੇ ਉਸ ਬਿਰਹੋਂ ਭਰੀ ਧੁਨ ਨੂੰ ਇਕਾਂਤ ਵਿੱਚ ਬੈਠ ਕੇ ਬਹੁਤ ਨੇੜੇ ਹੋ ਕੇ ਸੁਣੇ। ਜੋ ਇਹ ਰੱਬ ਦੀ ਇਬਾਦਤ ਵਰਗੀਆਂ ਧੁਨਾਂ ਉਸ ਦੇ ਬਿਰਹੋਂ ਵਾਲੇ ਜ਼ਖਮਾਂ ਉੱਤੇ ਮਰਹਮ ਦਾ ਕੰਮ ਕਰਦੀਆਂ ਸਨ। ਉਸ ਦਾ ਦਿਲ ਕਰਦਾ ਸੀ ਕਿ ਉਹ ਕਿਸੇ ਰੱਜੀ ਰੂਹ ਦੇ ਪਰਛਾਵੇਂ ਥੱਲੇ ਬੈਠ ਕੇ ਅਤੇ ਉਸ ਦੇ ਬਹੁਤ ਨੇੜੇ ਹੋ ਕੇ ਉਸ ਦੇ ਦਰਦ ਭਰੇ ਕਲਮਿਆਂ ਨੂੰ ਸੁਣੇ, ਜੋ ਉਸ ਦੀ ਬਿਰਹਣ ਰੂਹ ਵਿੱਚ ਜਾਨ ਭਰ ਦਿੰਦੇ ਹਨ। ਅੱਜ ਕੱਲ੍ਹ ਉਸ ਨੂੰ ਇਸ ਰੱਜੀ ਰੂਹ ਦਾ ਪਰਛਾਵਾਂ ਵੀ ਆਪਣਾ ਜਿਹਾ ਲੱਗਣ ਲੱਗ ਗਿਆ ਸੀ। ਇਹਨਾਂ ਦਿਨਾਂ ਵਿੱਚ ਹੀ ਇੱਕ ਵਾਰ 2-3 ਦਿਨ ਲਗਾਤਾਰ ਲਾਲੀ ਕਾਲਜ ਨਹੀਂ ਆਈ ਸੀ। ਜਦ ਉਹ ਕਾਲਜ ਆਈ ਸੀ ਤਾਂ ਗਿੰਦਰ ਹੋਰਾਂ ਨੇ ਦੇਖਿਆ ਕਿ ਲਾਲੀ ਦੀਆਂ ਅੱਖਾਂ ਦੇ ਕੋਏ ਅਤੇ ਗਿੰਨੀਆਂ ਸੁੱਜੀਆਂ ਹੋਈਆਂ ਹਨ ਅਤੇ ਉਸ ਦਾ ਚਿਹਰਾ ਬਹੁਤ ਉਦਾਸ ਦਿਖਾਈ ਦੇ ਰਿਹਾ ਹੈ। ਉਹਨਾਂ ਨੇ ਸੋਚਿਆ ਕਿ ਹੁਣ ਦੀਦੀ ਨੂੰ ਬਾਈ ਮਨਿੰਦਰ ਦੀ ਬਹੁਤ ਯਾਦ ਸਤਾਉਂਦੀ ਹੋਣੀ ਹੈ। ਸ਼ਾਇਦ ਉਹ ਰੱਬ ਅੱਗੇ ਅਰਦਾਸਾਂ ਕਰਦੀਆਂ ਸਨ ਕਿ ਉਹ ਲਾਲੀ ਦੀਦੀ ਨੂੰ ਮਨਿੰਦਰ ਬਾਈ ਜੀ ਨਾਲ ਛੇਤੀ ਹੀ ਮਿਲਾ ਦੇਣ। ਪਰ ਦਰਅਸਲ ਵਿੱਚ ਇਹ ਸੀ ਕਿ ਲਾਲੀ ਦਾ ਮਹੀਨਾਵਾਰੀ ਵਾਲਾ ਦਿਨ ਅਚਾਨਕ ਹੀ ਕੁਝ ਦਿਨ ਪਹਿਲਾਂ ਆ ਗਿਆ ਸੀ ਅਤੇ ਇੱਕਦਮ ਬਹੁਤ ਜ਼ਿਆਦਾ ਬਲੀਡਿੰਗ ਹੋਣ ਕਰਕੇ ਜੋ ਸੰਭਾਲੀ ਨਹੀਂ ਜਾ ਰਹੀ ਸੀ, ਡਾਕਟਰ ਦੀ ਮਦਦ ਨਾਲ ਉਸ ਨੂੰ ਕੰਟਰੋਲ ਕੀਤਾ ਗਿਆ, ਜਿਸ ਕਰਕੇ ਲਾਲੀ ਦੇ ਚਿਹਰੇ ਦੀ ਰੰਗਤ ਪੀਲੀ ਪੈ ਗਈ ਸੀ। ਲਾਲੀ ਨੂੰ ਕਾਲਜ ਵਿੱਚ ਆਇਆ 1 ਸਾਲ ਪੂਰਾ ਹੋਣ ਵਾਲਾ ਸੀ, ਪਰ ਹਾਲੇ ਤੱਕ ਮਨਿੰਦਰ ਉਸ ਨੂੰ ਮਿਲਣ ਨਹੀਂ ਆਇਆ ਸੀ। ਰਸਤੇ ਵਿੱਚ ਆਉਂਦਿਆਂ ਜਾਂਦਿਆਂ ਲਾਲੀ ਦੀਆਂ ਅੱਖਾਂ ਮਨਿੰਦਰ ਨੂੰ ਭਾਲਦੀਆਂ ਰਹਿੰਦੀਆਂ ਸਨ। ਉਸ ਨੂੰ ਹਰ ਰੋਜ਼ ਮਨਿੰਦਰ ਦਾ ਇੰਤਜ਼ਾਰ ਰਹਿੰਦਾ ਸੀ। ਉਹ ਹਰ ਨਵੇਂ ਸੂਰਜ ਨਾਲ ਮਨਿੰਦਰ ਵਾਸਤੇ ਤਿਆਰ ਹੁੰਦੀ ਅਤੇ ਆਪਣੇ ਸਰੀਰ ਦੇ ਹਰ ਇੱਕ ਅੰਗ ਦੀ ਸੁੰਦਰਤਾ ਨੂੰ ਨਿਹਾਰਦੀ ਸੀ ਤਾਂ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਉਂਦਾ ਸੀ। ਉਹ ਰੋਂਦੀ ਹੋਈ ਵਾਹਿਗੁਰੂ ਅੱਗੇ ਬੇਨਤੀਆਂ ਕਰਦੀ ਸੀ ਕਿ ਹੇ ਵਾਹਿਗੁਰੂ ਜੀ, ਮੇਰਾ ਮਨਿੰਦਰ ਹਾਲੇ ਤੱਕ ਮੈਨੂੰ ਮਿਲਣ ਕਿਉਂ ਨਹੀਂ ਆਇਆ?
ਕਿਤੇ ਉਹ ਮੈਨੂੰ ਭੁੱਲ ਤਾਂ ਨਹੀਂ ਗਿਆ, ਜਾਂ ਮੇਰੇ ਪਿਆਰ ਵਿੱਚ ਕੋਈ ਕਮੀ ਤਾਂ ਨਹੀਂ ਹੈ। ਜੱਸੀ ਹਰ ਵਾਰੀ ਕਹਿ ਦਿੰਦੀ ਹੈ ਕਿ ਉਹ ਮੈਨੂੰ ਬਹੁਤ ਯਾਦ ਕਰਦਾ ਹੈ ਤੇ ਬਹੁਤ ਜਲਦੀ ਮਿਲਣ ਆਏਗਾ। ਵਾਹਿਗੁਰੂ ਜੀ, ਹੁਣ ਮੇਰੇ ਕੋਲੋਂ ਸਬਰ ਨਹੀਂ ਹੁੰਦਾ। ਹੁਣ ਤੁਸੀਂ ਉਸ ਨੂੰ ਜਲਦੀ ਭੇਜ ਦਿਓ, ਨਹੀਂ ਤਾਂ ਲਾਲੀ ਮਰ ਜਾਏਗੀ। ਪਿਛਲੇ 10-15 ਦਿਨਾਂ ਤੋਂ ਮਨਿੰਦਰ ਨੂੰ ਯਾਦ ਕਰ ਕਰਕੇ ਲਾਲੀ ਦੇ ਦਿਲ ਵਿੱਚ ਡੋਬ ਜੇ ਪੈਂਦੇ ਸਨ ਅਤੇ ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿਸੇ ਨੇ ਉਸ ਦੇ ਕਾਲਜੇ ਨੂੰ ਹੱਥ ਪਾ ਕੇ ਬਾਹਰ ਕੱਢ ਲਿਆ ਹੋਵੇ। ਪਿਛਲੇ ਕਈ ਦਿਨਾਂ ਤੋਂ ਲਾਲੀ ਦੀਆਂ ਅੱਖਾਂ ਵਿੱਚ ਆਪ ਮੁਹਾਰੇ ਹੀ ਪਾਣੀ ਵਗਣ ਲੱਗ ਜਾਂਦਾ ਸੀ। ਉਸ ਦੀ ਸਾਰੀ ਰਾਤ ਜਾਗਦਿਆਂ ਲੰਘ ਜਾਂਦੀ ਸੀ ਅਤੇ ਭੋਰਾ ਭਰ ਵੀ ਉਸ ਨੂੰ ਨੀਂਦ ਨਹੀਂ ਆਉਂਦੀ ਸੀ। ਉਹ ਰਾਤ ਨੂੰ ਸਿਰਹਾਣੇ ਵਿੱਚ ਸਿਰ ਦੇ ਦੇ ਕੇ ਰੋਂਦੀ ਰਹਿੰਦੀ ਸੀ। ਉਹ ਆਪਣੇ ਮਨ ਨੂੰ ਬਹੁਤ ਸਮਝਾਉਂਦੀ ਸੀ ਕਿ ਮਨਾ, ਥੋੜ੍ਹਾ ਸਬਰ ਕਰ, ਜਿੱਥੇ ਐਨੇ ਸਾਲ ਹੋ ਗਏ ਉੱਥੇ ਹੋਰ ਧੀਰਜ ਰੱਖ ਲੈ। ਪਹਿਲਾਂ ਤਾਂ ਉਹ ਅਰਦਾਸ ਕਰਕੇ ਮਨ ਨੂੰ ਟਿਕਾ ਲੈਂਦੀ ਸੀ, ਪਰ ਅੱਜ ਕੱਲ੍ਹ ਉਸ ਦਾ ਮਨ ਉਸ ਦੇ ਆਖੇ ਨਹੀਂ ਲੱਗਦਾ ਸੀ। ਉਸ ਨੂੰ ਲੱਗਦਾ ਸੀ ਕਿ ਉਹ ਭੱਜ ਕੇ ਕਿਤੇ ਦੂਰ ਚਲੀ ਜਾਏ। ਉਸਨੇ ਅੱਜ ਸ਼ਾਮ ਨੂੰ ਜੱਸੀ ਦੇ ਹੋਸਟਲ ਵਿੱਚ ਪਟਿਆਲੇ ਫੋਨ ਕਰ ਲਿਆ ਸੀ ਤੇ ਜੱਸੀ ਨੂੰ ਆਖਿਆ ਕਿ ਕੀ ਗੱਲ ਹੋ ਗਈ ਜੱਸੀ, ਕਿੰਨੇ ਦਿਨ ਹੋ ਗਏ ਤੂੰ ਕੋਈ ਫੋਨ ਨਹੀਂ ਕੀਤਾ ਤੇ ਨਾ ਹੀ ਮਨਿੰਦਰ ਦਾ ਕੋਈ ਸੁੱਖ ਸੁਨੇਹਾ ਦਿੱਤਾ। ਜੱਸੀ ਨੇ ਕਿਹਾ, ਲਾਲੀ ਅੱਜ ਮੈਂ ਫੋਨ ਕਰਨਾ ਹੀ ਸੀ, ਥੋੜ੍ਹੀ ਲੇਟ ਹੋ ਗਈ। ਰਾਤ ਮੇਰੀ ਮਨਿੰਦਰ ਨਾਲ ਗੱਲ ਹੋਈ ਸੀ। ਉਹ ਕਹਿੰਦਾ ਸੀ ਕਿ ਮੈਂ ਪਰਸੋਂ ਪਿੰਡ ਆਉਣਾ ਸੀ, ਪਰ ਅਚਾਨਕ ਸਾਡੇ ਕਾਲਜ ਵਿੱਚ ਇੱਕ ਵੱਡਾ ਫੰਕਸ਼ਨ ਅਰੇਂਜ ਹੋ ਗਿਆ, ਜਿਸ ਕਰਕੇ ਮੇਰਾ ਇੱਥੇ ਰਹਿਣਾ ਜ਼ਰੂਰੀ ਹੈ। ਇੱਥੇ ਦਿੱਲੀ ਮਿਨਿਸਟਰੀ ਦੇ ਕੁਝ ਲੋਕ ਅਤੇ ਹੋਰ ਕਈ ਵੱਡੇ ਵੱਡੇ ਲੇਖਕ ਆ ਰਹੇ ਹਨ। ਮੈਨੂੰ ਇੱਥੇ ਕਈ ਦਿਨ ਲੱਗ ਜਾਣੇ ਹਨ। ਮੈਨੂੰ ਮਨਿੰਦਰ ਕਹਿੰਦਾ ਸੀ ਕਿ ਤੂੰ ਲਾਲੀ ਨੂੰ ਕਹਿ ਦੇਵੀਂ ਉਹ ਚਿੰਤਾ ਨਾ ਕਰੇ, ਮੈਂ ਜਲਦੀ ਆ ਜਾਵਾਂਗਾ। ਲਾਲੀ, ਤੂੰ ਹੁਣ ਫਿਕਰ ਨਾ ਕਰ, ਉਹ ਠੀਕ ਹੈ ਤੇ ਜਲਦੀ ਆ ਕੇ ਤੈਨੂੰ ਮਿਲੇਗਾ। ਜੱਸੀ ਦੀਆਂ ਗੱਲਾਂ ਸੁਣ ਕੇ ਲਾਲੀ ਨੂੰ ਧਰਵਾਸ ਜਿਹਾ ਹੋ ਗਿਆ ਸੀ ਤੇ ਖੁਸ਼ੀ ਨਾਲ ਫੋਨ ਕੱਟ ਦਿੱਤਾ। ਸੋ ਦੋਸਤੋ, ਇਹ ਸੀ ਮੇਰੇ ਪੰਜਾਬੀ ਲਿਖੇ ਨਾਵਲ ਇੰਨਾ ਨਾ ਰਵਾਇਆ ਕਰਦਾ 8ਵਾਂ ਭਾਗ। ਅੱਗੇ ਅਸੀਂ 9ਵੇਂ ਭਾਗ ਦੇ ਵਿੱਚ ਸੁਣਾਂਗੇ।